ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਣਾ ਅੱਜ ਦਾ ਵਿਸ਼ਾ ਹੈ ਤੇ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਆ ਗਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਫੇਰ ਗੁਰਬਾਣੀ ਆਫ ਪਾਵਰ ਤੁਹਾਡੇ ਆਪਣੇ ਚੈਨਲ ਦੇ ਉੱਤੇ ਇੱਕ ਨਵੀਂ ਵਾਰਤਾ, ਇੱਕ ਨਵੀਂ ਗਾਥਾ ਲੈ ਕੇ ਆਏ ਹਾਂ, ਜੋ ਸੱਚ ਦੇ ਨਾਲ ਸੰਬੰਧਿਤ ਹੈ। ਸੋ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਤੇ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਆ ਗਿਆ, ਇਹ ਵਿਸ਼ਾ ਹੈ ਆਪਣੀ ਅੱਜ ਦੀ ਵੀਡੀਓ ਦਾ। ਅੱਜ ਆਪਾਂ ਗੱਲ ਕਰਾਂਗੇ ਕਿ ਨਾਮ ਜਪਣ ਵਾਲਿਆਂ ਦੇ ਮੂੰਹੋਂ ਗੁਰਬਾਣੀ ਦੇ ਸਤਸੰਗੀ ਬਚਨ ਸੁਣ ਕੇ, ਜਾਂ ਇਉਂ ਕਹਿ ਲਵੋ ਕਿ ਨਾਮ ਜਪਣ ਵਾਲਿਆਂ ਦੀ ਵਾਈਬ੍ਰੇਸ਼ਨ ਦੇ ਪ੍ਰਭਾਵ ਨਾਲ ਸਾਹਮਣੇ ਵਾਲੇ ਦੀ ਜਾਂ ਕੋਲ ਬੈਠਣ ਵਾਲਿਆਂ ਦੀ ਕਾਇਆ ਕਲਪ ਕਿਵੇਂ ਬਦਲ ਜਾਂਦੀ ਹੈ। ਇਹ ਗਾਥਾ ਆਪਾਂ ਸੁਣਾਂਗੇ ਕਿ ਇੱਕ ਬੱਚੇ ਨੂੰ ਆਪਣਾ ਪਿਛਲਾ ਜਨਮ ਯਾਦ ਆ ਗਿਆ ਤੇ ਉਹ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਕਰਨ ਲੱਗਿਆ। ਇਸ ਵਾਰਤਾ ਵਿੱਚ ਵਰਤੇ ਗਏ ਮੇਰੇ ਵੱਲੋਂ ਮੈਂ ਮੇਰੀ ਵਰਗੇ ਸ਼ਬਦ ਜਾਂ ਹੋਰ ਕਿਸੇ ਵੀ ਵੀਡੀਓ ਵਿੱਚ ਮੈਂ ਮੇਰੀ ਵਰਗੇ ਵਰਤੇ ਗਏ ਸ਼ਬਦ ਮੇਰੀ ਹਉਮੈ ਹੰਗਤਾ ਦਾ ਪ੍ਰਤੀਕ ਨਹੀਂ ਹਨ, ਜਾਂ ਮੈਂ ਆਪਣੀ ਪ੍ਰਭਤਾ ਵਧਾਉਣ ਵਾਸਤੇ ਨਹੀਂ ਕਹਿ ਰਿਹਾ, ਕਿਉਂਕਿ ਸੰਸਾਰ ਦੇ ਦੁੱਖਾਂ ਤੋਂ ਦੁਖੀ ਲੋਕਾਂ ਤੱਕ ਗੁਰਬਾਣੀ ਦੇ ਸ਼ਕਤੀਸ਼ਾਲੀ ਕ੍ਰਿਸ਼ਮੇ ਅਤੇ ਅਦਭੁਤ ਅਨੁਭਵ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਨਿਮਾਣੀ ਜੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਤੱਕ ਗੁਰਬਾਣੀ ਦੀ ਸ਼ਕਤੀ, ਪਾਵਰ ਕਹਿ ਲਓ ਜਾਂ ਕ੍ਰਿਸ਼ਮਾ ਕਹਿ ਲਓ, ਜਾਂ ਗੁਰਬਾਣੀ ਦੇ ਅਦਭੁਤ ਅਨੁਭਵ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਜੋ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ, ਉਹ ਬੀਤ ਚੁੱਕੇ ਸਮੇਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਵਿੱਚੋਂ ਇੱਕ ਹੈ। ਇਹਨਾਂ ਗੱਲਾਂ ਦਾ ਮੇਰੇ ਅੱਜ ਦੇ ਜੀਵਨ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਯਾਨੀ ਕਿ ਮੈਨੂੰ ਆਪਣੀ ਵਡਿਆਈ ਜਾਂ ਆਪਣੀ ਪ੍ਰਭਤਾ ਵਧਾਉਣ ਦੀ ਜਾਂ ਬਣਾਉਣ ਦੀ ਕੋਈ ਇੱਛਾ ਨਹੀਂ ਹੈ। ਮੈਂ ਆਪਣੇ ਵਰਤਮਾਨ ਜੀਵਨ ਵਿੱਚ ਬਹੁਤ ਸੁਖੀ ਹਾਂ ਅਤੇ ਆਪਣੀ ਕਿਰਤ ਨਾਲ ਆਪਣਾ ਜੀਵਨ ਬਸਰ ਕਰ ਰਿਹਾ। I have big money and properties, but I don't consider it my own. ਵਾਹਿਗੁਰੂ ਦਾ ਦਿੱਤਾ ਸਾਰਾ ਕੁਛ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕਿਸੇ ਨੂੰ ਲੁੱਟਣ ਦਾ, ਕਿਸੇ ਨਾਲ ਝੂਠ ਬੋਲਣ ਦਾ, ਕਿਸੇ ਦੇ ਨਾਲ ਕੀ ਕਹਿ ਲਓ ਵੀ ਤੁਸੀਂ ਮਿਸਗਾਈਡ ਕਰਨ ਦਾ ਕੋਈ ਮੇਰਾ ਇਰਾਦਾ ਨਹੀਂ ਹੈ। ਸੋ ਸੰਗਤ ਜੀ, ਇਹ ਵਾਰਤਾ ਅਕਤੂਬਰ 2000 ਦੀ ਹੈ, ਜਦੋਂ ਮੈਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਗਿਆ ਸੀ। ਉੱਥੇ ਮੈਂ ਆਪਣੇ ਪਹਿਚਾਣ ਵਾਲਿਆਂ ਦੇ ਘਰ ਰੁਕਿਆ ਸੀ।
ਬਹੁਤ ਸਾਰੇ ਲੋਕਾਂ ਨਾਲ ਮੇਰਾ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਘਰ ਵਾਲੇ ਪ੍ਰੇਮੀ ਇੱਕ ਦਿਨ ਮੈਨੂੰ ਘੁੰਮਣ ਫਿਰਨ ਲਈ ਬਾਹਰ ਲੈ ਗਏ ਅਤੇ ਅਸੀਂ ਘੁੰਮਦੇ ਫਿਰਦੇ ਇੱਕ ਮਾਰਕੀਟ ਵਿੱਚ ਚਲੇ ਗਏ। ਮਾਰਕੀਟ ਵਿੱਚ ਇੱਕ ਬਹੁਤ ਵੱਡੀ ਸ਼ਾਪ ਸੀ ਜਿਸ ਦੇ ਬਾਹਰ ਪੰਜਾਬੀ ਬਾਜ਼ਾਰ ਲਿਖਿਆ ਸੀ। ਉਸ ਬਾਜ਼ਾਰ ਦਾ ਮਾਲਕ ਸਰਦਾਰ ਗੁਰਜੀਤ ਸਿੰਘ ਸੀ ਅਤੇ ਜਿਨ੍ਹਾਂ ਦੇ ਘਰ ਮੈਂ ਠਹਿਰਿਆ ਸੀ ਉਹਨਾਂ ਦੀ ਪਹਿਚਾਣ ਵਾਲਾ ਸੀ। ਜਦੋਂ ਮੈਂ ਦੁਕਾਨ ਦੇ ਅੰਦਰ ਗਿਆ ਜਾਂ ਅਸੀਂ ਅੰਦਰ ਗਏ ਉਸ ਦੁਕਾਨ ਦੇ, ਤਾਂ ਦੁਕਾਨ ਵਾਲੇ ਨੇ, ਦੁਕਾਨਦਾਰ ਵਾਲੇ ਪੰਜਾਬੀ ਸਰਦਾਰ ਜੀ ਨੇ ਮੈਨੂੰ ਪੰਜਾਬੋਂ ਆਇਆ ਜਾਣ ਕੇ ਮੇਰੀ ਆਓ ਭਗਤ ਕੀਤੀ ਅਤੇ ਆਦਰ ਵਜੋਂ ਆਪਣੇ ਇੱਕ ਸੋਹਣੇ ਜਿਹੇ ਅਤੇ ਖੁੱਲ੍ਹੇ ਜਿਹੇ ਦਫ਼ਤਰ ਵਿੱਚ ਲੈ ਗਿਆ। ਜਦੋਂ ਅਸੀਂ ਬੈਠ ਗਏ ਤਾਂ ਉਸਨੇ ਆਪਣੇ ਬੰਦਿਆਂ ਨੂੰ ਚਾਹ ਬਣਾਉਣ ਵਾਸਤੇ ਆਖਿਆ। ਮੈਂ ਦੇਖਿਆ ਕਿ ਉਹਨਾਂ ਦੇ ਇੱਕ ਸੋਫੇ ਉੱਤੇ 4-5 ਸਾਲ ਦਾ ਇੱਕ ਬੱਚਾ ਸੁੱਤਾ ਪਿਆ ਸੀ। ਮੈਂ ਉਸਦੇ ਵੱਲ 1-2 ਵਾਰ ਗੌਰ ਨਾਲ ਦੇਖਿਆ ਤਾਂ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਸਾਡਾ ਬੇਟਾ ਹੈ ਜੀ। ਇਹ 4-5 ਸਾਲ ਦਾ ਹੋ ਗਿਆ ਪਰ ਅਜੇ ਬੋਲਣ ਨਹੀਂ ਲੱਗਿਆ। ਇੰਨਾ ਜ਼ਿਆਦਾ ਐਕਟਿਵ ਵੀ ਨਹੀਂ ਆ, ਸੁਸਤ ਜਿਹਾ ਰਹਿੰਦਾ, ਪਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਅਤੇ ਜਿੱਥੇ ਕਿਤੇ ਵੀ ਗੁਰੂਆਂ ਦੀ ਫੋਟੋ ਦੇਖਦਾ ਮੱਥਾ ਟੇਕਣ ਲੱਗ ਜਾਂਦਾ ਤੇ ਖੁਸ਼ ਵੀ ਹੋ ਜਾਂਦਾ। ਮੈਂ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਫਿਰ ਸੁਭਾਵਿਕ ਹੀ ਅਸੀਂ ਰੱਬ ਦੀਆਂ ਗੱਲਾਂ ਕਰਨ ਲੱਗ ਗਏ। ਸਤਿਗੁਰੂ ਜੀ ਦਾ ਬਚਨ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਵਿਹਾਰੀ ਗੱਲਾਂ ਬਾਤਾਂ ਦੇ ਨਾਲ ਨਾਲ ਵਾਹਿਗੁਰੂ ਈਸ਼ਵਰ ਦੀ ਗੱਲ ਵੀ ਕਰਦੇ ਰਹਿਣਾ ਚਾਹੀਦਾ। ਗੁਰਬਾਣੀ ਅੰਦਰ ਗੁਰੂ ਸਾਹਿਬ ਜੀ ਦਾ ਬਚਨ ਹੈ, ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ। ਇਸ ਪੰਕਤੀ ਦਾ ਅਰਥ ਹੈ ਕਿ ਜਿਸ ਸਥਾਨ ਉੱਤੇ ਜਾ ਕੇ ਬੈਠੀਏ ਉੱਥੇ ਭਲੇ ਬਚਨ ਹੀ ਕਹੀਏ ਅਤੇ ਗੁਰੂ ਸ਼ਬਦ ਦੇ ਗਿਆਨ ਨੂੰ ਸਮਝਣਾ ਅਤੇ ਸਮਝਾਉਣਾ ਕਰੀਏ। ਸਤਿਗੁਰੂ ਜੀ ਦਾ ਇੱਕ ਹੋਰ ਬਚਨ ਹੈ, ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕੱਢ ਵਾਸ ਲਈਜੈ। ਭਾਵ ਕਿ ਜਿੱਥੇ ਜਾ ਕੇ ਬੈਠੀਏ ਭਲਾ ਬਚਨ ਹੀ ਕਰੀਏ ਅਤੇ ਵਾਸ਼ਨਾ ਰੂਪੀ ਵਿਚਾਰਾਂ ਨੂੰ ਮਨ ਤੋਂ ਪਾਸੇ ਹਟਾ ਕੇ ਆਤਮਿਕ ਆਨੰਦ ਰੂਪੀ ਤੇ ਨਾਮ ਰੂਪੀ ਅੰਮ੍ਰਿਤ ਨੂੰ ਵਿਚਾਰਾਂ ਰਾਹੀਂ ਪੀਣਾ ਕਰੀਏ। ਜੋ ਸ਼ੁਭ ਗੁਣਾ ਵਾਲਾ ਭਲਾ ਪੁਰਸ਼ ਹੋਵੇ ਜਾਂ ਸ਼ੁਭ ਗੁਣ ਧਾਰਨ ਕਰਨ ਦਾ ਅਭਲਾਖੀ ਹੋਵੇ, ਉਸ ਕੋਲ ਬੈਠ ਕੇ ਈਸ਼ਵਰ ਦੇ ਨਾਮ ਰੂਪੀ ਗੁਣਾਂ ਦੀ ਸਾਂਝ ਪਾ ਕੇ ਸੁਗੰਧੀ ਲੈਣੀ ਚਾਹੀਦੀ ਹੈ। ਗੁਣਾ ਕਾ ਹੋਵੇ ਵਾਸਲਾ। ਉੱਥੇ ਫਿਰ ਤੁਸੀਂ ਆਪਦੀ ਗੁਣਾਂ ਦੀ ਪਟਾਰੀ ਜਾਂ ਤਾਂ ਆਪ ਖੋਲ ਲਓ ਤੇ ਜਾਂ ਫਿਰ ਸਾਹਮਣੇ ਵਾਲੇ ਭਲੇ ਪੁਰਸ਼ ਤੋਂ ਉਸ ਦੀ ਗੁਣਾਂ ਦੀ ਪਟਾਰੀ ਵਿੱਚੋਂ ਸ਼ੁਭ ਗੁਣ ਪ੍ਰਾਪਤ ਕਰੋ। ਇਸ ਤਰ੍ਹਾਂ ਮੈਂ ਸੁਭਾਵਿਕ ਤੌਰ ਉੱਤੇ ਗੁਰਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਉਹਨਾਂ ਨਾਲ ਬੱਚੇ ਦੀਆਂ ਗੱਲਾਂ ਹੀ ਕਰਨ ਲੱਗ ਪਿਆ ਕਿ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਜੀਵ ਦੇ ਪੈਦਾ ਹੋਣ ਵੇਲੇ ਅਸੀਂ ਜੀਵ ਦੇ ਉੱਤੇ ਪਿਛਲੇ ਜਨਮ ਦਾ ਪ੍ਰਭਾਵ ਪੈ ਜਾਂਦਾ ਹੈ ਅਤੇ ਉਸ ਦੀ ਆਤਮਾ ਪਿਛਲੇ ਜਨਮਾਂ ਦੇ ਖਿਆਲਾਂ ਅਤੇ ਯਾਦਾਂ ਵਿੱਚ ਅਟਕੀ ਰਹਿੰਦੀ ਹੈ ਅਤੇ ਕਈ ਕਾਰਨਾਂ ਕਰਕੇ ਨਵੇਂ ਜੀਵਨ ਦੇ ਨਾਲ ਸਹਿਮਤ ਨਹੀਂ ਹੋ ਪਾਉਂਦੀ। ਜਿਵੇਂ ਇੱਕ ਸੰਤ ਨੇ ਕਿਤੇ ਬਾਹਰ ਜਾਣ ਲੱਗਿਆ ਆਪਣੇ ਚੇਲੇ ਨੂੰ ਆਖਿਆ ਕਿ ਮੇਰੇ ਪਿੱਛੇ ਜੇ ਕੋਈ ਆਵੇ ਤਾਂ ਉਸ ਨੂੰ ਕੋਈ ਵਰ ਸਰਾਪ ਨਹੀਂ ਦੇਣਾ। ਚੇਲੇ ਨੇ ਕਿਹਾ, ਸਤ ਬਚਨ ਜੀ। ਸੰਤਾਂ ਦੇ ਜਾਣ ਤੋਂ ਬਾਅਦ ਕੁਟੀਆ ਵਿੱਚ ਇੱਕ ਰਾਜਾ ਤੇ ਰਾਣੀ ਪੁੱਤਰ ਦੀ ਪ੍ਰਾਪਤੀ ਦੀ ਆਸ਼ਾ ਲੈ ਕੇ ਆਏ, ਪਰ ਸੰਤਾਂ ਦੇ ਨਾ ਹੋਣ ਕਰਕੇ ਉਹ ਬਹੁਤ ਨਿਰਾਸ਼ ਹੋਏ।
ਚੇਲੇ ਨੇ ਤਰਸ ਖਾ ਕੇ ਰਾਜਾ ਰਾਣੀ ਨੂੰ ਪੁੱਤਰ ਦਾ ਵਰ ਦੇ ਦਿੱਤਾ। ਸੰਤਾਂ ਨੇ ਆ ਕੇ ਪੁੱਛਿਆ ਕਿ ਕੋਈ ਆਇਆ ਸੀ? ਚੇਲੇ ਨੇ ਕਿਹਾ ਕਿ ਹਾਂ ਜੀ ਮਹਾਰਾਜ ਜੀ, ਇੱਕ ਰਾਜਾ ਤੇ ਰਾਣੀ ਆਏ ਸੀ, ਉਹਨਾਂ ਨੂੰ ਪੁੱਤਰ ਚਾਹੀਦਾ ਸੀ, ਤੁਸੀਂ ਹੈ ਨਹੀਂ ਸੀ, ਤੁਹਾਡਾ ਨਾਂ ਹੋਣਾ ਸੁਣ ਕੇ ਉਹ ਰੋਣ ਲੱਗ ਗਏ, ਤਾਂ ਮੈਂ ਉਹਨਾਂ ਨੂੰ ਤਰਸ ਖਾ ਕੇ ਪੁੱਤਰ ਦਾ ਵਰ ਦੇ ਦਿੱਤਾ। ਸੰਤ ਬਹੁਤ ਨਾਰਾਜ਼ ਹੋਏ ਤੇ ਕਹਿਣ ਲੱਗੇ ਕਿ ਉਹਨਾਂ ਦੇ ਕਰਮਾਂ ਵਿੱਚ ਤਾਂ ਪੁੱਤਰ ਹੀ ਨਹੀਂ ਸੀ, ਹੁਣ ਤੂੰ ਵਰ ਦੇ ਹੀ ਦਿੱਤਾ ਹੈ ਤਾਂ ਜਾ, ਹੁਣ ਤੂੰ ਹੀ ਆਪਣੇ ਸਰੀਰ ਦਾ ਤਿਆਗ ਕਰਕੇ ਉਹਨਾਂ ਦੇ ਘਰ ਜਨਮ ਲੈ ਲਾ। ਉਸ ਚੇਲੇ ਨੇ ਸਰੀਰ ਦਾ ਤਿਆਗ ਕਰਕੇ ਰਾਜੇ ਦੇ ਘਰ ਜਨਮ ਲੈ ਲਿਆ, ਪਰ ਉਹ ਜਨਮ ਤੋਂ ਬਾਅਦ ਬੋਲਦਾ ਨਹੀਂ ਸੀ। ਉਹ ਸਾਰਾ ਕੁਝ ਵੇਖਦਾ ਤੇ ਸੁਣਦਾ ਵੀ ਸੀ, ਜੀਵਨ ਦੇ ਸਾਰੇ ਕੰਮ ਵੀ ਕਰਦਾ ਸੀ। ਉਹ ਯੁਵਾ ਅਵਸਥਾ ਤੱਕ ਨਹੀਂ ਬੋਲਿਆ ਸੀ। ਉਸ ਨੂੰ ਯਾਦ ਸੀ ਕਿ ਮੈਂ ਪਿਛਲੇ ਜਨਮ ਵਿੱਚ ਬਿਨਾਂ ਵਜ੍ਹਾ ਤੋਂ ਬੋਲਿਆ ਸੀ, ਜਿਸ ਦੇ ਫਲ ਵਜੋਂ ਮੈਨੂੰ ਹੁਣ ਦੁਬਾਰਾ ਜਨਮ ਲੈਣਾ ਪੈ ਗਿਆ। ਜੇ ਮੈਂ ਹੁਣ ਬੋਲਿਆ ਤਾਂ ਅੱਗੇ ਪਤਾ ਨਹੀਂ ਮੇਰਾ ਕੀ ਬਣੂ। ਇਸੇ ਭਾਵ ਨਾਲ ਹੀ ਉਹ ਬੋਲਿਆ ਨਹੀਂ ਸੀ। ਸੋ ਇਸ ਤਰ੍ਹਾਂ ਸੰਸਾਰ ਉੱਤੇ ਬਹੁਤ ਸਾਰੇ ਲੋਕ ਜਾਂ ਬੱਚੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਪਿਛਲੇ ਜਨਮਾਂ ਦੇ ਅੰਸ਼ ਜਾਗਦੇ ਹੁੰਦੇ ਹਨ ਅਤੇ ਉਹ ਪਿਛਲੇ ਜਨਮ ਦੀ ਯਾਦ ਵਿੱਚ ਹੀ ਜੀਵਤ ਰਹਿੰਦੇ ਹਨ। ਅਗਰ ਜੇ ਉਹਨਾਂ ਨੂੰ ਪਿਛਲੇ ਜਨਮ ਵਰਗਾ ਮਾਹੌਲ ਮਿਲਦਾ ਰਹੇ ਤਾਂ ਉਹ ਸਾਰੀ ਉਮਰ ਹੀ ਪਿਛਲੇ ਜਨਮਾਂ ਦੀਆਂ ਯਾਦਾਂ ਵਿੱਚ ਰਹਿੰਦੇ ਆ ਤੇ ਉਸ ਜਨਮ ਨੂੰ ਚੰਗੀ ਤਰ੍ਹਾਂ ਬਤੀਤ ਕਰਦੇ ਆ। ਅਗਰ ਮਾਹੌਲ ਨਹੀਂ ਉਸ ਤਰ੍ਹਾਂ ਦਾ ਮਿਲਦਾ ਤਾਂ 11 ਸਾਲਾਂ ਬਾਅਦ ਪਿਛਲੇ ਜਨਮ ਦੀ ਸਾਰੀ ਮੈਮਰੀ ਆਪਣੇ ਆਪ ਸਾਫ਼ ਹੋ ਜਾਂਦੀ ਹੈ। ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ, ਕਿਉਂਕਿ ਮੇਰੇ ਬੇਟੇ ਦੇ ਗੋਡੇ ਜਨਮ ਤੋਂ ਹੀ ਦਰਦ ਕਰਦੇ ਸਨ। ਜਦੋਂ ਉਸ ਦੇ ਗੋਡੇ ਦਰਦ ਕਰਦੇ ਸਨ ਤਾਂ ਉਹ ਬਹੁਤ ਰੋਂਦਾ ਸੀ। ਅਸੀਂ ਉਸ ਦੇ ਗੋਡਿਆਂ ਉੱਤੇ ਦਰਦਾਂ ਵਾਲੀ ਟਿਊਬ ਜਾਂ ਦਰਦਾਂ ਵਾਲਾ ਤੇਲ ਲਗਾਉਂਦੇ ਸੀ ਅਤੇ ਉੱਪਰ ਗਰਮ ਪੱਟੀ ਬੰਨ੍ਹ ਦਿੰਦੇ ਸਾਂ, ਜਿਸ ਨਾਲ ਉਸ ਨੂੰ ਆਰਾਮ ਮਿਲ ਜਾਂਦਾ ਸੀ। ਫਿਰ ਸਾਨੂੰ ਪਤਾ ਲੱਗਿਆ ਕਿ ਇਹ ਇਸ ਦੇ ਪਿਛਲੇ ਜਨਮ ਦਾ ਹੀ ਕੋਈ ਤੱਤ ਇਸ ਦੇ ਸਰੀਰ ਵਿੱਚ ਹੈ ਅਤੇ ਹੌਲੀ ਹੌਲੀ ਹਟ ਜਾਏਗਾ। ਅਸੀਂ ਉਸ ਦਾ ਕੋਈ ਵੀ ਇਲਾਜ ਨਹੀਂ ਕਰਾਇਆ ਸੀ ਅਤੇ 11 ਸਾਲ ਦੀ ਉਮਰ ਤੋਂ ਬਾਅਦ ਉਸ ਦੇ ਗੋਡਿਆਂ ਦਾ ਦਰਦ ਆਪਣੇ ਆਪ ਠੀਕ ਹੋ ਗਿਆ ਤੇ ਅੱਜ ਉਹ ਠੀਕ ਹੈ, ਵਧੀਆ ਚੱਲਦਾ ਫਿਰਦਾ, ਚੰਗੀ ਵਧੀਆ ਐਕਸਰਸਾਈਜ਼ ਕਰਦਾ। ਤਾਂ ਇਸ ਤਰ੍ਹਾਂ ਹੁਣ ਮੈਂ ਸਰਦਾਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਕਿ ਜੇ ਹੁਣ ਆਪਾਂ ਦੇਖੀਏ, ਆਪਾਂ ਮੈਡੀਕਲੀ ਤਰੀਕੇ ਨਾਲ ਦੇਖੀਏ ਜਾਂ ਸਾਇੰਟੀਫਿਕ ਤਰੀਕੇ ਨਾਲ ਦੇਖੀਏ ਤਾਂ ਇਸ ਤਰ੍ਹਾਂ ਦੇ ਅਨਐਕਟਿਵ ਬੱਚਿਆਂ ਦੇ ਸਰੀਰ ਵਿੱਚ ਅਲਕੋਹਲ ਜਾਂ ਕੈਫੀਨ ਵਰਗੇ ਤੱਤ ਦੀ ਕਮੀ ਹੁੰਦੀ ਹੈ। ਇਹੋ ਜਿਹੇ ਮਰੀਜ਼ਾਂ ਵਾਸਤੇ ਜਾਂ ਇਹੋ ਜਿਹੇ ਲੋਕਾਂ ਵਾਸਤੇ ਦਵਾਈਆਂ ਦੇ ਕੰਬੀਨੇਸ਼ਨ ਮਾਰਕੀਟ ਵਿੱਚੋਂ ਆਮ ਹੀ ਮਿਲ ਜਾਂਦੇ ਹਨ, ਜੋ ਟੈਂਪਰੇਰੀਲੀ ਕੁਝ ਸਮੇਂ ਵਾਸਤੇ ਬੱਚੇ ਨੂੰ ਦੇਣੇ ਪੈਂਦੇ ਹਨ ਅਤੇ ਫਿਰ ਹੌਲੀ ਹੌਲੀ ਉਹਨਾਂ ਦੀ ਡੋਜ਼ ਘਟਾ ਕੇ ਬੰਦ ਕਰ ਦਿੱਤੀ ਜਾਂਦੀ ਹੈ। ਪਰ ਜੇ ਤੁਹਾਡਾ ਬੱਚਾ ਧਾਰਮਿਕ ਵਸਤੂਆਂ ਨੂੰ ਦੇਖ ਕੇ ਹੈਪੀ ਹੁੰਦਾ ਹੈ ਜਾਂ ਐਕਟਿਵ ਹੁੰਦਾ ਹੈ ਜਾਂ ਕੋਈ ਐਕਟੀਵਿਟੀ ਕਰਦਾ ਹੈ ਜਾਂ ਤਾਂ ਫਿਰ ਇਸ ਦਾ ਮਸਲਾ ਕੋਈ ਹੋਰ ਹੋਣਾ, ਕਿਉਂਕਿ ਗੁਰੂ ਜੀ ਦਾ ਬਚਨ ਹੈ, ਪੂਰਬ ਕਰਮ ਅੰਕਰ ਜਬ ਪ੍ਰਗਟਿਓ, ਪੂਰਬ ਕਰਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਜਦੋਂ ਪਿਛਲੇ ਜਨਮ ਵਾਲੇ ਸ਼ੁਭ ਕਰਮ ਜਾਗ ਪੈਂਦੇ ਹਨ ਜਾਂ ਆਤਮਿਕ ਆਨੰਦ ਅਤੇ ਵਿਰਾਗਤਾ ਰਾਹੀਂ ਭਲੇ ਪੁਰਖਾਂ ਦਾ ਮਿਲਾਪ ਹੁੰਦਾ ਹੈ। ਜਦੋਂ ਪਿਛਲੇ ਜਨਮ ਦੇ ਪੂਰਬਲੇ ਜਨਮ ਦੇ
ਸ਼ੁਭ ਕਰਮ ਰੂਪੀ ਬੀਜ ਜਾਗ ਪੈਂਦੇ ਹਨ ਮਨੁੱਖ ਦੇ ਅੰਦਰ, ਤਾਂ ਆਤਮਿਕ ਆਨੰਦ ਤੇ ਵਿਰਾਗਤਾ ਦੇ ਰਾਹੀਂ ਭਲੇ ਪੁਰਖਾਂ ਦਾ ਮਿਲਾਪ ਹੋ ਜਾਂਦਾ ਹੈ। ਉਸ ਭਲੇ ਪੁਰਖ ਦੀ ਸੰਗਤ ਕਰਨ ਨਾਲ ਹਰੀ ਵਾਹਿਗੁਰੂ ਨੂੰ ਮਿਲਦਿਆਂ ਹੀ ਅਗਿਆਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਤੇ ਜੋ ਜਨਮਾਂ ਜਨਮਾਂ ਦੀ ਸੁੱਤੀ ਹੋਈ ਬੁੱਧੀ ਆਤਮਾ ਸੀ ਉਹ ਅਵਿਦਿਆ ਰੂਪੀ ਨੀਂਦ ਤੋਂ ਜਾਗ ਪੈਂਦੀ ਹੈ। ਸੋ ਸੰਗਤ ਜੀ, ਇਸ ਤਰ੍ਹਾਂ ਦੀਆਂ ਅਸੀਂ ਗੱਲਾਂ ਕਰ ਹੀ ਰਹੇ ਸੀ ਕਿ ਬੱਚੇ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਜਾਗ ਕੇ ਸੋਫੇ ਉੱਤੇ ਚੰਗੀ ਤਰ੍ਹਾਂ ਬੈਠ ਗਿਆ। ਫਿਰ ਉਸਨੇ ਆਸੇ-ਪਾਸੇ ਦੇਖਿਆ ਅਤੇ ਹੱਥ ਜੋੜ ਕੇ ਗੱਜ ਕੇ ਗੁਰੂ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੁਣ ਕੇ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸਾਡੇ ਤੋਂ ਜ਼ਿਆਦਾ ਹੈਰਾਨ ਉਸ ਦਾ ਪਿਤਾ ਸੀ। ਉਹ ਕਦੇ ਸਾਡੇ ਸਾਰਿਆਂ ਵੱਲ ਵੇਖਦਾ ਸੀ ਅਤੇ ਕਦੇ ਆਪਣੇ ਬੱਚੇ ਵੱਲ ਵੇਖਦਾ ਸੀ। ਉਸਨੇ ਭੱਜ ਕੇ ਜਾ ਕੇ ਆਪਣੇ ਪੁੱਤਰ ਨੂੰ ਚੁੱਕ ਲਿਆ ਅਤੇ ਉੱਥੇ ਹੀ ਸੋਫੇ ਉੱਤੇ ਬੈਠ ਕੇ ਆਪਣੇ ਪੁੱਤਰ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਦੀਆਂ ਅੱਖਾਂ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਨੀਰ ਵਹਾ ਰਹੀਆਂ ਸਨ। ਉਹ ਵਾਰ-ਵਾਰ ਵਾਹਿਗੁਰੂ ਦਾ ਸ਼ੁਕਰ ਕਰ ਰਿਹਾ ਸੀ ਅਤੇ ਨਾਲੇ ਮੇਰੇ ਵੱਲ ਇਸ਼ਾਰਾ ਕਰਕੇ ਕਹਿ ਰਿਹਾ ਸੀ, ਭਾਜੀ, ਲੱਗਦਾ ਹੈ ਤੁਹਾਡੇ ਚਰਨ ਹੀ ਸੁਲੱਖਣੇ ਹਨ। ਜੋ ਤੁਹਾਡੇ ਆਉਣ ਨਾਲ ਸਾਡਾ ਬੱਚਾ ਬੋਲਣ ਲੱਗ ਗਿਆ। ਮੈਂ ਕਿਹਾ ਨਹੀਂ ਛੋਟੇ ਵੀਰ, ਇਹ ਤਾਂ ਤੇਰੇ ਉੱਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਜੋ ਤੁਹਾਡੇ ਬੱਚੇ ਨੂੰ ਜ਼ੁਬਾਨ ਮਿਲ ਗਈ ਹੈ। ਸਾਡੇ ਤਾਂ ਵੱਡੇ ਭਾਗ ਹਨ ਕਿ ਸਾਨੂੰ ਵੀ ਵਾਹਿਗੁਰੂ ਦਾ ਇਹ ਕ੍ਰਿਸ਼ਮਾ ਆਪਣੀਆਂ ਅੱਖਾਂ ਨਾਲ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਹਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਹੀ ਰਹੇ ਸੀ ਕਿ ਉਹ ਬੱਚਾ ਫੇਰ ਬੋਲਿਆ ਅਤੇ ਆਪਣੇ ਪਿਤਾ ਨੂੰ ਆਖਣ ਲੱਗਾ, ਪਾਪਾ, ਮੇਰਾ ਨਾਮ ਗੁਰਦੇਵ ਸਿੰਘ ਹੈ। ਮੇਰਾ ਪਿੰਡ ਰੱਤਾ ਟਿੱਬਾ ਹੈ ਜੋ ਹਬੋਰ ਦੇ ਲਾਗੇ ਰਹਿ ਜਾਂਦਾ ਹੈ। ਮੇਰੀ ਇੱਕ ਪਤਨੀ ਵੀ ਹੈ ਅਤੇ ਮੇਰੇ 2 ਬੱਚੇ ਵੀ ਹਨ। ਮੈਂ ਅੰਮ੍ਰਿਤ ਛਕਿਆ ਸੀ ਅਤੇ ਚੋਲਾ ਪਾ ਕੇ ਰੱਖਦਾ ਹੁੰਦਾ ਸੀ। ਮੈਂ ਸੰਤ ਪਿੰਡਰਾਂ ਵਾਲਿਆਂ ਦਾ ਸੇਵਕ ਸੀ ਅਤੇ ਉਹਨਾਂ ਦੀ ਚਲਾਈ ਲਹਿਰ ਵਿੱਚ ਬਹੁਤ ਸਰਗਰਮ ਰਹਿੰਦਾ ਸੀ। ਪਿਛਲੇ ਜਨਮ ਵਿੱਚ ਮੈਂ ਸ਼ਹੀਦ ਹੋ ਗਿਆ ਸੀ। 1984 ਵਿੱਚ ਪੁਲਿਸ ਮੈਨੂੰ ਘਰੋਂ ਚੁੱਕ ਕੇ ਲੈ ਗਈ ਸੀ ਅਤੇ ਮੈਨੂੰ ਬਹੁਤ ਤਸੀਹੇ ਦਿੱਤੇ ਸਨ। ਮੇਰੇ ਪੱਟ ਚੀਰ ਕੇ ਉਹਨਾਂ ਵਿੱਚ ਲੂਣ ਮਿਰਚਾਂ ਪਾਈਆਂ ਸਨ ਪੁਲਿਸ ਨੇ। ਪਾਪਾ ਜੀ, ਆਹ ਦੇਖੋ, ਮੇਰੇ ਪੱਟਾਂ ਉੱਤੇ ਹਾਲੇ ਵੀ ਨਿਸ਼ਾਨ ਹੈ। ਫਿਰ ਅਸੀਂ ਸਾਰਿਆਂ ਨੇ ਦੇਖਿਆ ਕਿ ਉਸ ਦੇ ਪੱਟਾਂ ਉੱਤੇ ਲੰਮੀਆਂ ਲੰਮੀਆਂ ਲਕੀਰਾਂ ਦੇ ਨਿਸ਼ਾਨ ਪਏ ਹੋਏ ਸਨ। ਇਹ ਦੇਖ ਕੇ ਗੁਰਜੀਤ ਸਿੰਘ ਨੇ ਕਿਹਾ, ਭਾਜੀ, ਇਹ ਲਕੀਰਾਂ ਤਾਂ ਅਸੀਂ ਰੋਜ਼ ਹੀ ਦੇਖਦੇ ਰਹਿੰਦੇ ਹਾਂ, ਪਰ ਫਿਰ ਅਸੀਂ ਇਹ ਸੋਚ ਲੈਂਦੇ ਸੀ ਕਿ ਸ਼ਾਇਦ ਇਹ ਬਰਥ ਮਾਰਕ ਹੋਣਾ ਹੈ। ਇਸ ਕਰਕੇ ਅਸੀਂ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਇਸ ਪਾਸੇ। ਉਸ ਬੱਚੇ ਨੇ ਫੇਰ ਕਿਹਾ ਕਿ ਉਹ ਪੁਲਿਸ ਵਾਲੇ ਮੈਨੂੰ ਕਈ ਦਿਨ ਕੁੱਟਦੇ ਰਹਿੰਦੇ ਤੇ ਮਾਰਦੇ ਰਹਿੰਦੇ ਸੀ। ਲੂਣ ਮਿਰਚਾਂ ਪਾਉਣ ਨਾਲ ਮੈਨੂੰ ਬਹੁਤ ਦਰਦ ਹੁੰਦਾ ਸੀ। ਜਦੋਂ ਮੇਰੇ ਜ਼ਖਮ ਕਰਕੇ ਪੱਟ ਚੀਰ ਕੇ ਵਿੱਚ ਲੂਣ ਮਿਰਚਾਂ ਪਾਉਂਦੇ ਸੀ ਤਾਂ ਮੈਨੂੰ ਬਹੁਤ ਦਰਦ ਹੁੰਦਾ ਸੀ। ਫਿਰ ਮੈਂ ਇੱਕ ਦਿਨ ਉੱਥੇ ਹੀ ਸ਼ਹੀਦ ਹੋ ਗਿਆ। ਬੱਚੇ ਦੀ ਇਹ ਗਾਥਾ ਸੁਣ ਕੇ
ਸਾਡੇ ਸਾਰਿਆਂ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ। ਸਾਨੂੰ ਸਮਝ ਨਹੀਂ ਆਉਂਦੀ ਸੀ ਕਿ ਅਸੀਂ ਬੱਚੇ ਦੇ ਬੋਲਣ ਦੀ ਖੁਸ਼ੀ ਮਨਾਈਏ ਕਿ ਉਸ ਦੇ ਪਿਛਲੇ ਜਨਮ ਵਿੱਚ ਸ਼ਹੀਦ ਹੋਣ ਦਾ ਦੁੱਖ ਮਨਾਈਏ। ਖੈਰ, ਅਸੀਂ ਸਾਰਿਆਂ ਨੇ ਬੱਚੇ ਨੂੰ ਪਿਆਰ ਦਿੱਤਾ ਅਤੇ ਸਰਦਾਰ ਗੁਰਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ। ਫਿਰ ਗੁਰਜੀਤ ਸਿੰਘ ਨੇ ਕਿਹਾ ਕਿ ਭਾਜੀ, ਕੱਲ੍ਹ ਸ਼ਾਮ ਨੂੰ ਤੁਸੀਂ ਸਾਡੇ ਘਰੇ ਪ੍ਰਸ਼ਾਦਾ ਛਕਿਓ, ਨਾਲੇ ਆਪਾਂ ਥੋੜ੍ਹੀ ਸਤਸੰਗ ਕਰ ਲਵਾਂਗੇ। ਮੈਂ ਕਿਹਾ ਠੀਕ ਹੈ। ਦੂਜੇ ਦਿਨ ਅਸੀਂ ਸਾਰੇ ਪਰਿਵਾਰ ਵਾਲੇ, ਉਹਨਾਂ ਦੇ ਜਿਨ੍ਹਾਂ ਦੇ ਘਰ ਮੈਂ ਰਹਿੰਦਾ ਸੀ, ਉਹ ਪਰਿਵਾਰ ਵਾਲੇ ਸਾਰੇ ਅਸੀਂ ਉਹਨਾਂ ਦੇ ਘਰ ਗਏ। ਅੱਗੇ ਉਹਨਾਂ ਦੇ ਘਰ ਤਾਂ ਬਹੁਤ ਰੌਣਕਾਂ ਲੱਗੀਆਂ ਹੋਈਆਂ ਸਨ, ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਫਰਸ਼ ਦੇ ਉੱਤੇ ਵਿਛੀਆਂ ਹੋਈਆਂ ਸੀ। ਅਸੀਂ ਸੋਚਿਆ ਵੈਸੇ ਜਾਂਦੇ ਹਾਂ, ਲੰਗਰ ਪਾਣੀ ਛਕ ਕੇ ਆ ਜਾਵਾਂਗੇ, ਪਰ ਸਾਨੂੰ ਪਤਾ ਨਹੀਂ ਸੀ ਵੀ ਇਹੋ ਜਿਹਾ ਇੰਤਜ਼ਾਮ ਕਰਨਗੇ। ਗੁਰਜੀਤ ਸਿੰਘ ਤੇ ਉਸ ਦੀ ਪਤਨੀ ਨੇ ਦਰਵਾਜ਼ੇ ਉੱਤੇ ਆ ਕੇ ਸਾਡਾ ਸਵਾਗਤ ਕੀਤਾ। ਅਸੀਂ ਵੀ ਸਾਰੀ ਸੰਗਤ ਨੂੰ ਗੁਰੂ ਫਤਿਹ ਬੁਲਾਈ, ਜਲ ਪਾਣੀ ਛਕਿਆ। ਫਿਰ ਦਾਸ ਨੇ ਇੱਕ ਵੱਖਰੀ ਕੀਤੀ ਹੋਈ ਵਿਛਾਈ ਦੇ ਉੱਤੇ ਬੈਠ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ। ਸਾਰੀ ਸੰਗਤ ਨੇ ਬੜੇ ਪ੍ਰੇਮ ਨਾਲ ਸੁਣਿਆ। ਫਿਰ ਥੋੜ੍ਹਾ ਸਮਾਂ ਦਾਸ ਨੇ ਗੁਰੂ ਸ਼ਬਦ ਦੀ ਕਥਾ ਵਿਚਾਰ ਕੀਤੀ। ਕਥਾ ਵਿਚਾਰ ਤੋਂ ਬਾਅਦ ਅਰਦਾਸ ਹੋਈ ਅਤੇ ਬਾਅਦ ਵਿੱਚ ਸਾਰੀ ਸੰਗਤ ਨੇ ਵਾਹਿਗੁਰੂ ਸਿਮਰਨ ਕੀਤਾ ਅਤੇ ਮੂਲ ਮੰਤਰ ਦਾ ਪਾਠ ਕੀਤਾ। ਫਿਰ ਸਾਰੀ ਸੰਗਤ ਨੇ ਲੰਗਰ ਪਾਣੀ ਛਕਿਆ। ਗੁਰਜੀਤ ਸਿੰਘ ਤੇ ਉਸ ਦੀ ਪਤਨੀ ਸੰਗਤ ਦੀ ਰੱਜ ਰੱਜ ਕੇ ਸੇਵਾ ਕਰ ਰਹੇ ਸਨ। ਮਾਂ ਆਪਣੇ ਬੱਚੇ ਨੂੰ ਆਪਣੇ ਨਾਲ ਆਪਣੇ ਨਾਲ ਤੋਰ ਰਹੀ ਸੀ। ਸੰਗਤ ਉਹਨਾਂ ਨੂੰ ਵਧਾਈਆਂ ਦੇ ਰਹੀ ਸੀ, ਪਰ ਉਹ ਵਾਰ-ਵਾਰ ਕਹਿ ਰਹੇ ਸੀ ਕਿ ਭਾਜੀ ਦੀ ਆਮਦ ਦੇ ਨਾਲ ਹੀ ਜਾਂ ਉਹਨਾਂ ਦੇ ਆਉਣ ਨਾਲ ਸਾਡਾ ਬੱਚਾ ਬੋਲਣ ਲੱਗਿਆ। ਵਧਾਈਆਂ ਗੁਰੂ ਨਾਨਕ ਸਾਹਿਬ ਜੀ ਨੂੰ ਹਨ ਅਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਹਨ। ਉਸ ਵੇਲੇ ਉਹ ਦੋਨੋਂ ਪਤੀ ਪਤਨੀ ਬਹੁਤ ਖੁਸ਼ ਸਨ ਅਤੇ ਵਾਰ-ਵਾਰ ਮੈਨੂੰ ਕਹਿ ਰਹੇ ਸੀ ਕਿ ਭਾਜੀ, ਅਸੀਂ 12ਵੇਂ ਮਹੀਨੇ ਇੰਡੀਆ ਜਾਣਾ ਅਤੇ ਉਦੋਂ ਅਸੀਂ ਨਾ ਆਪਣੇ ਬੇਟੇ ਨੂੰ ਇਸ ਦੇ ਪਿਛਲੇ ਜਨਮ ਵਾਲੇ ਘਰੇ ਲੈ ਕੇ ਜਾਵਾਂਗੇ ਅਤੇ ਇਸ ਦੀ ਪਤਨੀ ਅਤੇ ਇਸ ਦੇ ਬੱਚਿਆਂ ਨੂੰ ਪੱਕੇ ਤੌਰ ਉੱਤੇ ਇੱਥੇ ਕੈਨੇਡਾ ਹੀ ਲੈ ਆਵਾਂਗੇ। ਪਰ ਪਤਾ ਨਹੀਂ ਉਹ ਬਾਅਦ ਵਿੱਚ ਉੱਥੇ ਰੱਤੇ ਟਿੱਬੇ ਗਏ ਜਾਂ ਨਹੀਂ ਗਏ, ਕਿਉਂਕਿ ਮੇਰੀ ਆਦਤ ਹੈ ਕਿ ਮੈਂ ਜ਼ਿਆਦਾ ਪਿੱਛੇ ਮੁੜ ਕੇ ਨਹੀਂ ਦੇਖਦਾ। ਉੱਥੇ ਬਹੁਤ ਸਾਰੀਆਂ ਸੰਗਤਾਂ ਨੂੰ ਮਿਲਣ ਦਾ ਸੁਭਾਗ ਮਿਲਿਆ ਗੁਰਜੀਤ ਸਿੰਘ ਦੇ ਘਰ, ਅਤੇ ਕਈਆਂ ਗੁਰਸਿੱਖਾਂ ਨੇ ਦਾਸ ਨੂੰ ਆਪਣੇ ਘਰ ਆ ਕੇ ਪ੍ਰਸ਼ਾਦਾ ਛਕਣ ਲਈ ਵੀ ਕਿਹਾ। ਸੋ ਸੰਗਤ ਜੀ, ਇਹ ਸੀ ਸੰਗਤ ਕਾ ਗੁਣ ਬਹੁਤ ਅਧਿਕਾਈ। ਵਾਹਿਗੁਰੂ ਦੇ ਨਾਮ ਦੀ ਸੰਗਤ ਕਰਦਿਆਂ ਕਰਦਿਆਂ ਇਸ ਤਰ੍ਹਾਂ ਕਈ ਕ੍ਰਿਸ਼ਮੇ ਵਾਪਰ ਜਾਂਦੇ ਹਨ। ਕਈਆਂ ਨੂੰ ਜਨਮਾਂ ਦਾ ਗਿਆਨ ਹੋ ਜਾਂਦਾ ਅਤੇ ਕਈਆਂ ਦੇ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ। ਸੋ ਦੋਸਤੋ, ਨਾਮ ਜਪਦੇ ਰਿਹਾ ਕਰੋ, ਸੰਗਤ ਕਰਦੇ ਰਿਹਾ ਕਰੋ। ਪਤਾ ਨਹੀਂ ਕਦੋਂ ਪੂਰਬਲੇ ਕਰਮਾਂ ਦੇ ਬੀਜ ਉੱਗ ਪੈਣ ਅਤੇ ਸਾਡਾ ਪਾਰ ਉਤਾਰਾ ਹੋ ਜਾਏ। ਇਹ ਵਾਰਤਾ ਇੱਥੇ ਹੀ ਸਮਾਪਤ ਹੈ। ਇਸ ਤੋਂ ਅੱਗੇ ਆਪਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਸੱਚੀ ਗਾਥਾ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।